Hello students, class 12th business study topic major element of new economic policy in 1991। ਇਹ ਟੌਪਿਕ ਹੈ ਜੋ ਤਿੰਨ ਤਰ੍ਹਾਂ ਦੀ ਤੁਹਾਡੀਆਂ ਪਾਲਿਸੀ ਆਈਆਂ ਸੀਗੀਆਂ 1991 ਦੇ ਵਿੱਚ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ, ਗਲੋਬਲਾਈਜੇਸ਼ਨ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਚੈਪਟਰ ਦੇ ਵਿੱਚ, ਮਤਲਬ ਜੋ ਤੁਹਾਡਾ ਬਿਜ਼ਨਸ ਇਨਵਾਇਰਮੈਂਟ ਚੈਪਟਰ ਆ ਉਹਦੇ ਵਿੱਚ ਇੱਕ ਤਾਂ ਇਹ ਕੁਐਸਚਨ ਜ਼ਿਆਦਾ ਇੰਪੋਰਟੈਂਟ, ਇਹ 6 ਮਾਰਕਸ ਦੇ ਲਈ ਤੁਹਾਡਾ ਬਣਦਾ ਵਾ। ਜੋ ਤੁਹਾਡੀਆਂ ਡਿਮੈਂਸ਼ਨਸ ਹੈ ਉਹ 4 ਮਾਰਕਸ ਦੇ ਵਿੱਚ ਜਾਂ 6 ਮਾਰਕਸ ਦੇ ਲਈ, ਮਤਲਬ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ ਵਾਲਾ ਨਿਊ ਇਕਨੋਮਿਕ ਪਾਲਿਸੀ ਇਨ 1991। ਉਹਦੇ ਅੰਡਰ ਆਪਣੇ ਕੋਲ ਦੱਸ ਦੇਣਾ ਵਾ ਲਿਬਰਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਐਂਡ ਗਲੋਬਲਾਈਜੇਸ਼ਨ। ਫਸਟ ਆਪਣੇ ਕੋਲ ਹੈ ਲਿਬਰਲਾਈਜੇਸ਼ਨ। ਹੁਣ ਲਿਬਰਲਾਈਜੇਸ਼ਨ ਕੀ ਹੈ ਕਿ ਆਪਾਂ ਫਰੀडम ਮਿਲ ਜਾਣੀ, ਠੀਕ ਹੈ, ਲਾਇਸੈਂਸ ਤੋਂ। ਕਿਤੋਂ ਫਰੀडम ਮਿਲ ਜਾਣੀ? ਲਾਇਸੈਂਸ ਤੋਂ। ਲਿਬਰਲਾਈਜੇਸ਼ਨ ਉਹ ਕਹਿੰਦੇ ਆਪਾਂ ਨੂੰ ਫਰੀ ਕਰ ਦੇਣਾ ਫਰੋਮ ਲਾਇਸੈਂਸ ਸਿਸਟਮ ਤੋਂ ਅਤੇ ਹੋਰ ਬਾਕੀ ਜਿਹੜੇ ਰੈਗੂਲੇਸ਼ਨ ਸੀ ਉਹਨਾਂ ਤੋਂ। ਜਦੋਂ ਇਕਨੋਮਿਕ ਪੋਲਿਸੀ ਨਹੀਂ ਆਈ ਸੀ, ਠੀਕ ਹੈ, ਇਕਨੋਮਿਕ ਪੋਲਿਸੀ ਜਦੋਂ ਨਹੀਂ ਆਈ ਸੀ ਉਸ ਦੇ ਅੰਡਰ ਬਹੁਤ ਸਾਰੇ ਕੰਟਰੋਲ ਸੀ, ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਸੀ, ਲਾਈਕ ਇੰਪੋਰਟ ਲਾਇਸੈਂਸ, ਠੀਕ ਹੈ, ਫੋਰਨ ਐਕਸਚੇਂਜ। ਦੀਸ ਕੰਟਰੋਲ ਬੂਸਟ ਕਰਪਸ਼ਨ। ਇਹਨਾਂ ਨਾਲ ਕਰਪਸ਼ਨ, ਕਿਉਂਕਿ ਜਦੋਂ ਇਹ ਡਿਲੇ ਹੋ ਜਾਂਦੇ ਸੀਗੇ ਉਸ ਟਾਈਮ ਦੇ ਉੱਪਰ ਆਪਣਾ ਕਰਪਸ਼ਨ ਬਹੁਤ ਜ਼ਿਆਦਾ ਵੱਧ ਜਾਂਦਾ ਸੀ। ਤਾਂ ਗਵਰਨਮੈਂਟ ਨੇ ਜਿਹੜੇ ਚੇਂਜ ਕੀਤੇ ਆ ਉਹ ਇਹ ਵਾਲੇ ਨੇ। ਲਾਇਸੈਂਸਿੰਗ ਸਿਸਟਮ ਹੈਜ਼ ਬੀਨ ਇਬੋਲਿਸ਼ ਇਨ ਮੋਸਟ ਇੰਡਸਟਰੀ। ਸਾਰੀਆਂ ਉਹ ਕਹਿੰਦੇ ਆਪਣਾ ਖ਼ਤਮ ਕਰਤਾ, ਅਬੋਲਿਸ਼ ਕਰਤਾ, ਠੀਕ ਹੈ, ਬਟ 6 ਇੰਡਸਟਰੀ ਨੂੰ ਛੱਡ ਕੇ, ਐਕਸੈਪਟ 6 ਇੰਡਸਟਰੀ, ਲਾਈਕ ਆਪਾਂ ਕਹਿ ਸਕਦੇ ਹਾਂ ਅਲਕੋਹਲ, ਸਿਗਰਟ, ਤੰਬਾਕੂ, ਠੀਕ ਹੈ, ਇਹਨਾਂ ਸਾਰੀਆਂ ਜਿਹੜੀਆਂ ਆਪਣੀਆਂ ਇਹ ਵਾਲੀਆਂ ਇੰਡਸਟਰੀਜ਼ ਹੈ ਇਹਨਾਂ ਨੂੰ ਛੱਡ ਕੇ ਬਾਕੀ ਜਿਹੜੀਆਂ ਆਪਣੀਆਂ ਇੰਡਸਟਰੀਜ਼ ਹੈ ਉਹ ਸਾਰੀਆਂ ਫ੍ਰੀ ਫਰੋਮ ਕਰਤੀਆਂ ਸੀਗੀਆਂ। ਤਾਂ ਪ੍ਰਾਈਵੇਟ ਸੈਕਟਰ ਹੈਜ਼ ਬੀਨ ਅਲਾਓ ਐਂਟਰੀ ਟੂ ਆਲ ਸੈਕਟਰ। ਪ੍ਰਾਈਵੇਟ ਜਿਹੜਾ ਸੈਕਟਰ ਸੀ ਸਾਰੇ ਕਿਸੇ ਵੀ ਇੰਡਸਟਰੀ ਦੇ ਵਿੱਚ ਕੋਈ ਵੀ ਕੰਮ ਕਰ ਸਕਦਾ ਸੀਗਾ, ਪਰ 6 ਇਹਨਾਂ ਨੂੰ ਛੱਡ ਕੇ। 6 ਕਿਹੜੀਆਂ ਸੀਗੀਆਂ? ਹੀ ਜਿਹੜੀਆਂ ਹਜ਼ਰਡਸ ਵਗੈਰਾ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਸੀਗੀਆਂ ਇਹ ਸਾਰੀਆਂ। ਫਿਰ ਆਪਣੇ ਕੋਲ ਕੀ ਸੀਗਾ? ਪ੍ਰੀਵੇਲਿੰਗ ਕੋਟਾ ਸਿਸਟਮ ਇਬੋਲਿਸ਼। ਕੋਟਾ ਸਿਸਟਮ ਕੀ ਸੀਗਾ ਕਿ ਆਪਾਂ ਉਹਨਾਂ ਨੂੰ ਕੈਟਾਗਰੀ ਦੇ ਅਕੋਰਡਿੰਗ ਡਿਵਾਈਡ ਕਰਦੇ ਸੀ, ਕਾਸਟ, ਰਿਲੀਜੀਅਨ ਜਾਂ ਹੋਰ ਕੈਟਾਗਰੀ ਦੇ ਅਕੋਰਡਿੰਗ। ਤਾਂ ਉਹ ਸਾਰਾ ਆਪਣਾ ਜਿਹੜਾ ਉੱਥੇ ਭੇਦਭਾਵ ਹੁੰਦਾ ਸੀ ਉਹ ਸਾਰਾ ਖਤਮ ਹੋ ਗਿਆ। ਆਲ ਆਰਗੇਨਾਈਜੇਸ਼ਨ ਹੈਵ ਬੀਨ ਗਿਵਨ ਫਰੀडम ਟੂ ਡਿਸਾਈਡ ਦਾ ਸਕੇਲ ਆਫ ਦੇਅਰ ਬਿਜ਼ਨਸ ਐਕਟੀਵਿਟੀ। ਆਪਣੇ ਅਕੋਰਡਿੰਗ ਉਹ ਇਹਨਾਂ ਨੂੰ ਚੂਜ਼ ਕਰਨ ਲੱਗ ਗਏ ਸੀ। ਫਿਰ ਆਪਣੇ ਕੋਲ ਇੱਕ ਫਰੀडम ਇਨ ਫਿਕਸਿੰਗ ਪ੍ਰਾਈਸਿਸ ਆਫ ਗੁੱਡਸ ਐਂਡ ਸਰਵਿਸਿਜ਼। ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ ਵੀ ਆਪਾਂ ਨੂੰ ਆਜ਼ਾਦੀ ਮਿਲ ਗਈ, ਆਪਾਂ ਆਪਣੇ ਅਕੋਰਡਿੰਗ ਚੂਜ਼ ਕਰ ਸਕਦੇ ਸੀਗੇ। ਫਿਰ ਆਪਣੇ ਕੋਲ ਕੀ ਸੀਗੀ? ਰਿਸਟ੍ਰਿਕਸ਼ਨਸ ਔਨ ਮੂਵਮੈਂਟ ਗੁੱਡਸ ਹੈਵ ਬੀਨ ਰਿਮੂਵ। ਜਿਹੜਾ ਜਦੋਂ ਆਪਾਂ ਮੂਵਮੈਂਟ ਕਰਦੇ ਸੀ, ਇੱਕ ਜਗ੍ਹਾ ਦੂਸਰੀ ਜਗ੍ਹਾ ਭੇਜਣਾ ਹੁੰਦਾ ਸੀ, ਉਹਦੇ ਉੱਪਰ ਜੋ ਰਿਸਟ੍ਰਿਕਸ਼ਨਸ ਲਗਾਈਆਂ ਜਾਂਦੀਆਂ ਸੀਗੀਆਂ, ਜਿਵੇਂ ਆਪਣੇ ਕੋਲ ਕਸਟਮ ਡਿਊਟੀ ਲਗਾਈ ਜਾਂਦੀ ਸੀ। ਕਸਟਮ ਡਿਊਟੀ ਹੁਣ ਆਪਣੇ ਕੋਲ 2 ਟਾਈਪਸ ਦੀ ਹੁੰਦੀ ਹੈ। ਕਸਟਮ ਡਿਊਟੀ ਹੈ ਕਿਸ ਉੱਪਰ? ਇਹ ਇਨਡਾਇਰੈਕਟ ਦੇ ਵਿੱਚ ਆਉਂਦੀ ਹੈ, 2 ਤਰ੍ਹਾਂ ਦੀ ਹੁੰਦੀ ਹੈ, ਡਾਇਰੈਕਟ ਐਂਡ ਇਨਡਾਇਰੈਕਟ। ਕਸਟਮ ਡਿਊਟੀ ਕਿਹਦੇ ਵਿੱਚ ਆਉਂਦੀ ਹੈ? ਇਨਡਾਇਰੈਕਟ, ਲਾਈਕ ਇੰਪੋਰਟ ਐਂਡ ਐਕਸਪੋਰਟ, ਠੀਕ ਹੈ। ਕਸਟਮ ਡਿਊਟੀ 2 ਕੈਟਾਗਰੀ ਦੇ ਵਿੱਚ ਸੀ, ਉਹ ਵੀ ਆਪਣੀ ਦੂਰ ਕਰਤੀ। ਫਿਰ ਆਪਣੇ ਕੋਲ ਕੀ ਸੀਗੀ? ਟੈਕਸ ਰੇਟ ਵੀ ਘਟਾਤੇ, ਠੀਕ ਹੈ। ਅਨਨੈਸੈਸਰੀ ਜਿਹੜਾ ਕੰਟਰੋਲ ਸੀਗਾ ਉਹ ਵੀ ਆਪਣੇ ਕੋਲ ਬਿਲਕੁਲ ਖਤਮ ਕਰਨਾ ਸ਼ੁਰੂ ਕਰਤਾ, ਸਾਰੇ ਦੇ ਸਾਰੇ ਸੀਗੇ। ਫਿਰ ਆਪਣੀ ਐਕਸਪੋਰਟ ਇੰਪੋਰਟ ਪੋਲਿਸੀ ਉਹ ਵੀ ਬਿਲਕੁਲ ਸਿੰਪਲ ਕਰਤੀ ਕਿ ਜਿਹਨੇ ਐਕਸਪੋਰਟ ਕਰਨਾ ਵਾ, ਇੰਪੋਰਟ ਕਰਨਾ। ਇੰਪੋਰਟ ਮੀਨਸ ਜਦੋਂ ਆਪਾਂ ਬਾਹਰੋਂ ਸਮਾਨ ਇੱਧਰ ਲੈ ਕੇ ਆਉਂਦੇ, ਐਕਸਪੋਰਟ ਮੀਨਸ ਆਪਾਂ ਜਦੋਂ ਇੱਧਰਲਾ ਸਮਾਨ ਆਪਾਂ ਬਾਹਰ ਭੇਜਦੇ ਹਾਂ ਤਾਂ ਉਹਦੇ ਉੱਪਰ ਵੀ ਆਪਣਾ ਬਿਲਕੁਲ ਸਿੰਪਲ ਕਰਤਾ, ਟੈਕਸ ਹਟਾਤੇ। ਫਿਰ ਆਪਣਾ ਕੀ ਕਰਤਾ? ਇੰਪੋਰਟ ਇਨਕਰੀਜ਼ਡ ਬਾਈ ਰਿਡਿਊਸਿੰਗ ਕਸਟਮ ਡਿਊਟੀਜ਼। ਕਿਹਦੇ ਦੁਆਰਾ ਵਧਾਇਆ ਗਿਆ? ਕਸਟਮ ਡਿਊਟੀ ਜਦੋਂ ਰਿਡਿਊਸ ਕਰਤੀ। ਕਸਟਮ ਡਿਊਟੀ ਕਿਹਦੇ ਵਿੱਚ ਆਉਂਦੇ ਸੀ? ਇੰਪੋਰਟ ਐਂਡ ਐਕਸਪੋਰਟ। ਟੈਰਿਫ ਰੇਟ ਵਗੈਰਾ ਘਟਾਤੇ, ਜਿਹਦੇ ਨਾਲ ਆਪਾਂ ਇਨਕਰੇਜ ਹੋ ਗਏ। ਕਹਿੰਦੇ ਕਟਿੰਗ ਐਕਸਪੋਰਟ ਡਿਊਟੀ, ਗਿਵਿੰਗ ਸਬਸਿਡੀਜ਼। ਆਪਾਂ ਨੂੰ ਕੀ ਦੇਣ ਲੱਗ ਗਏ? ਸਬਸਿਡੀਜ਼ ਵਗੈਰਾ ਪ੍ਰੋਵਾਈਡ ਕਰਨ ਲੱਗ ਗਏ। ਲਿਬਰਲਾਈਜੇਸ਼ਨ ਫਿਨਾਂਸ। ਉਸ ਤੋਂ ਬਾਅਦ ਵਿੱਚ ਕੀ ਸੀਗਾ? ਆਪਾਂ ਨੂੰ ਆਪਣਾ ਜਿਹੜਾ ਫਲੋ ਸੀਗਾ ਫੋਰਨ ਕੈਪੀਟਲ ਦਾ ਵਧੀਆ, ਇੱਧਰ ਵੀ ਇਨਫਲੋ ਵਧੀਆ ਹੋਣ ਲੱਗ ਗਿਆ ਨਵੀਂ ਟੈਕਨੋਲੋਜੀ ਨਾਲ ਕੰਟਰੀ ਦੇ ਵਿੱਚ, ਅਤੇ ਬਾਹਰ ਵੀ ਆਪਣਾ ਵਧੀਆ ਐਕਸਚੇਂਜ ਹੋਣ ਲੱਗ ਗਿਆ। ਇਹ ਕਿਹਦੇ ਅੰਡਰ ਸੀਗਾ? ਲਿਬਰਲਾਈਜੇਸ਼ਨ, ਮਤਲਬ ਫਰੀडम ਮਿਲ ਗਈ ਸੀ ਆਪਾਂ ਨੂੰ ਲਾਇਸੈਂਸ ਤੋਂ। ਲਾਇਸੈਂਸ ਤੋਂ ਕਦੋਂ ਮਿਲੀ ਸੀ? ਕਿਹੜਾ ਈਅਰ ਸੀ? 1991 ਦੇ ਵਿੱਚ ਸੀਗੀ। ਉਹਦੇ ਵਿੱਚ ਆਪਾਂ ਨੂੰ ਜਿਹੜੀ ਫਰੀडम ਪ੍ਰੋਪਰ ਫਾਰਮ 'ਚ ਮਿਲ ਗਈ ਸੀਗੀ, ਸਿਰਫ 6 ਇੰਡਸਟਰੀਜ਼ ਨੂੰ ਛੱਡ ਕੇ ਬਾਕੀ ਸਾਰਾ ਕੰਮ ਆਪਣਾ ਈਜ਼ੀ ਹੋ ਗਿਆ ਸੀ। ਹੁਣ ਇਹਦੀ ਐਡਵਾਂਟੇਜ ਕੀ ਹੈ? ਫਸਟ ਐਡਵਾਂਟੇਜ ਹੈ ਡੀ ਲਾਇਸੈਂਸਿੰਗ ਆਫ ਇੰਡਸਟਰੀ। ਡੀ ਲਾਇਸੈਂਸਿੰਗ ਆਫ ਇੰਡਸਟਰੀਜ਼ ਕੀ ਆਪਾਂ ਜਿਹੜਾ ਲਾਇਸੈਂਸ ਬਿਲਕੁਲ ਕੀ ਕਰਤੇ? ਖਤਮ ਕਰਤੇ। ਅੱਗੇ ਬਹੁਤ ਲੌਂਗ ਪ੍ਰੋਸੀਜਰ ਹੁੰਦਾ ਸੀ ਇਹਨਾਂ ਦਾ, ਉਹ ਸਾਰਾ ਪ੍ਰੋਸੀਜਰ ਵੀ ਆਪਣਾ ਕੀ ਹੋ ਗਿਆ? ਖਤਮ ਹੋ ਗਿਆ। ਡੀ ਲਾਇਸੈਂਸਿੰਗ ਇੰਡਸਟਰੀ ਮੀਨ ਗਵਰਨਮੈਂਟ ਰਿਮੂਵ ਦਾ ਰਿਕੁਆਇਰਮੈਂਟ ਟੂ ਗੈਟ ਲਾਇਸੈਂਸ ਇਨ ਸਮ ਇੰਡਸਟਰੀ। ਕੁਛ ਇੰਡਸਟਰੀ ਦੇ ਵਿੱਚ ਬਿਲਕੁਲ ਖਤਮ ਕਰਤਾ, ਬਸ ਜਿੱਥੇ ਜ਼ਰੂਰਤ ਸੀ ਉਹੀ ਲੈ ਸਕਦੀਆਂ ਸੀਗੀਆਂ, ਕਿਉਂਕਿ ਲਾਇਸੈਂਸ ਜਿਹੜਾ ਸਿਸਟਮ ਸੀਗਾ ਉਹ ਬਹੁਤ ਲੈਂਥੀ ਪ੍ਰੋਸੈਸ ਸੀਗਾ।
ਠੀਕ ਹੈ। ਇਸੇ ਕਰਕੇ ਉਹ ਕਹਿੰਦੇ ਇਹਨਾਂ ਨੂੰ ਰਿਮੂਵ ਕਰਤਾ, ਰਿਸਟ੍ਰਿਕਸ਼ਨ ਤੋਂ ਬਸ ਫ੍ਰੀ ਕਰਤਾ, ਤਾਂ ਹੁਣ ਜਿਹੜੇ ਪਰਸਨ ਸੀ ਉਹ ਈਜ਼ੀਲੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਸੀ। ਉਹ ਵੀ ਥੋੜ੍ਹਾ ਜੇ ਮਤਲਬ ਫਿਨਾਂਸ ਦੇ ਨਾਲ, ਥੋੜ੍ਹਾ ਜਿਹਾ ਫਿਨਾਂਸ ਉਹਨਾਂ ਕੋਲ ਹੁੰਦਾ ਸੀ, ਲੀਗਲ ਜੋ ਵੀ ਉਹਨਾਂ ਕੋਲ ਕੰਪਲਾਇੰਸ ਹੁੰਦੀ ਸੀਗੀਆਂ, ਉਹਦੇ ਨਾਲ ਸਟਾਰਟ ਕਰ ਸਕਦੀ ਸੀ। ਮੀਨਸ ਆਪਣਾ ਜਿਹੜਾ ਇੰਡਸਟਰੀਅਲ ਦਾ ਲਾਇਸੈਂਸ ਸੀਗਾ ਉਹ ਕੀ ਕਰਤਾ, ਖ਼ਤਮ ਕਰਤਾ। ਫਿਰ ਉਸ ਤੋਂ ਬਾਅਦ ਵਿੱਚ ਕੰਪੀਟੀਸ਼ਨ ਕੀ ਹੋ ਗਏ, ਇਨਕਰੀਜ਼ ਹੋ ਗਈ। ਠੀਕ ਹੈ, ਹੁਣ ਆਪਣੇ ਕੋਲ ਕੰਪੀਟੀਸ਼ਨਸ ਕਿੱਦਾਂ ਇਨਕਰੀਜ਼ ਹੋ ਗਏ, ਜਿਵੇਂ ਜਿਵੇਂ ਲਿਬਰਾਈਜੇਸ਼ਨ ਵੱਧਦਾ ਗਿਆ। ਲਿਬਰਾਈਜੇਸ਼ਨ ਇਨੇਬਲ ਮੈਨੀ ਕੰਪਨੀ ਫਰੋਮ ਐਬਰੋਡ ਸੈਟ ਅਪ ਦੇਅਰ ਫੈਕਟਰੀ ਐਂਡ ਆਫਿਸ ਇਨ ਇੰਡੀਆ। ਠੀਕ ਹੈ, ਤਾਂ ਉਹਦੇ ਕਰਕੇ ਕੀ ਸੀਗਾ, ਦਿਸ ਹੈਜ਼ ਰਿਜ਼ਲਟ ਇਨ ਗ੍ਰੇਟਰ ਕੰਪੀਟੀਸ਼ਨ ਫੋਰ ਦਾ ਡੋਮੈਸਟਿਕ ਕੰਪਨੀ। ਡੋਮੈਸਟਿਕ ਕੰਪਨੀ ਕਿਹੜੀ ਹੁੰਦੀ ਹੈ, ਜਿਹੜੀ ਆਪਣੀ ਕੰਟਰੀ ਦੇ ਵਿੱਚ ਹੁੰਦੀ ਹੈ, ਉਹ ਸਾਰੀਆਂ ਚੀਜ਼ਾਂ ਵੀ ਆਪਣੀਆਂ ਵਧਣੀਆਂ ਸ਼ੁਰੂ ਹੋ ਗਈਆਂ। ਠੀਕ ਹੈ, ਫਿਰ ਇਹਨਾਂ ਨਾਲ ਜਿਹੜੀ ਆਪਣੇ ਕੋਲ ਕੀ ਸੀਗੀ, ਜੋ ਪ੍ਰੋਡਕਟ ਦੀ ਕੁਆਲਿਟੀ ਸੀਗੀ ਉਹਦੇ ਵਿੱਚ ਵੀ ਆਪਣੇ ਕੋਲ ਕਾਫੀ ਇੰਪਰੂਵਮੈਂਟ ਆਈ, ਐਫੀਸ਼ੀਐਂਸੀ ਕਾਫੀ ਵਧੀ, ਅਤੇ ਕੋਸਟ ਕੀ ਹੋ ਗਈ, ਕੱਟ ਕੋਸਟ, ਮਤਲਬ ਕੋਸਟ ਘਟਣ ਲੱਗ ਗਈ, ਜਿਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਐਡਵਾਂਟੇਜ ਮਿਲੀ। ਫਿਰ ਹੋਰ ਬੈਨੀਫਿਟ ਇਹਦੇ ਵਿੱਚ ਕੀ ਸੀ, ਕੁਆਲਿਟੀ ਵਗੈਰਾ ਆਪਣੀ ਵਧੀਆ ਹੋਣ ਲੱਗ ਗਈ, ਉਹ ਵੀ ਘੱਟ ਪ੍ਰਾਈਸਿਸ ਦੇ ਉੱਪਰ। ਉਹ ਕਹਿੰਦੇ ਨਾਓ ਹੁਣ ਪਰਸਨ ਕਾਫੀ ਸਾਰੀਆਂ ਚੂਜ਼ ਕਰ ਸਕਦੇ ਆ, ਚੋਇਸ ਟੂ ਚੂਜ਼ ਫਰੋਮ। ਫੋਰ ਐਗਜ਼ਾਮਪਲ, ਡਿਊ ਟੂ ਲਿਬਰਾਈਜੇਸ਼ਨ ਆਟੋਮੋਬਾਈਲ ਸੈਕਟਰ ਮੈਨੀ ਕੰਪਨੀਜ਼ ਹੈਵ ਸੈਟ ਅਪ ਦੇਅਰ ਪਲਾਂਟ ਇਨ ਇੰਡੀਆ। ਇੰਡੀਆ ਦੇ ਵਿੱਚ ਕਾਫੀ ਸਾਰੇ ਪਲਾਂਟਸ ਵਗੈਰਾ ਆਟੋਮੋਬਾਈਲ ਸੈਟਅਪ ਕਰ ਰਿਹਾ, ਇਸੇ ਕਰਕੇ ਕਸਟਮਰ ਉਹਨਾਂ ਦੇ ਵਿੱਚੋਂ ਜਿਵੇਂ ਕਾਫੀ ਮਾਡਲਸ ਕਾਰ ਦੇ ਆ ਚੁੱਕੇ ਆ, ਈਜ਼ੀਲੀ ਉਹ ਚੂਜ਼ ਕਰ ਸਕਦੇ ਆ। ਫਿਰ ਆਪਣੇ ਕੋਲ ਆ ਗਿਆ ਇਨਵਰਡ ਇਨਵੈਸਟਮੈਂਟ। ਇਨਵਰਡ ਮਤਲਬ ਅੱਗੇ ਆਪਾਂ ਨੂੰ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਕਿ ਇਨਵੈਸਟਮੈਂਟ ਦੀ ਮੇਨ ਕਮੀ ਆਉਂਦੀ ਸੀ, ਪੈਸਾ ਲਗਾਉਣ ਤੋਂ ਲੋਕ ਡਰਦੇ ਸੀ। ਤਾਂ ਹੁਣ ਉਹ ਆਪਾਂ ਵਿਦਿਨ ਕੰਟਰੀ ਦੇ ਵਿੱਚ ਵੀ ਆਪਣੀ ਇਨਵੈਸਟਮੈਂਟ ਵਧੀਆ ਹੋਣ ਲੱਗ ਗਈ, ਕਿਉਂਕਿ ਕੀ ਸੀਗਾ, ਐਜ਼ ਅ ਰਿਜ਼ਲਟ ਆਫ ਲਿਬਰਾਈਜੇਸ਼ਨ ਇੰਡੀਅਨ ਕੰਪਨੀ ਕੈਨ ਟੇਕ ਲੋਨਸ ਐਂਡ ਇਨਵੈਸਟਮੈਂਟ ਫਰੋਮ ਫੋਰਨ ਇਨਵੈਸਟਰਸ ਐਟ ਈਜ਼ੀ ਟਰਮ। ਹੁਣ ਈਜ਼ੀ ਟਰਮਸ ਦੇ ਵਿੱਚ ਉਹ ਆਪਣਾ ਜਿਹੜਾ ਪੈਸਾ ਉਧਾਰ 'ਤੇ ਲੈਣਾ ਹੁੰਦਾ ਸੀਗਾ ਜਾਂ ਇਨਵੈਸਟਮੈਂਟ ਕਰਨੀ ਹੁੰਦੀ ਸੀ, ਉਹ ਈਜ਼ੀ ਕਰਨ ਲੱਗ ਗਈ ਸੀ, ਲੋਨ ਵਗੈਰਾ ਲੈਂਦੀ ਸੀ, ਜਿਹਦੇ ਨਾਲ ਉਹਨਾਂ ਨੂੰ ਕੀ ਹੈਲਪ ਹੋਈ, ਬਿਜ਼ਨਸ ਉਹਨਾਂ ਦਾ ਐਕਸਪੈਂਡ ਹੋਣ ਲੱਗ ਗਿਆ ਅਤੇ ਵਧੀਆ ਹੋ ਗਿਆ। ਹੁਣ ਪਰਸਨ ਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਪੈਂਦੀ ਸੀ, ਅਗਰ ਉਹਨਾਂ ਨੇ ਬਾਹਰ ਬਿਜ਼ਨਸ ਆਪਣਾ ਸਟਾਰਟ ਕਰਨਾ ਸੀਗਾ, ਬਾਹਰ ਇਨਵੈਸਟਮੈਂਟ ਕਰਨੀ ਸੀ। ਇਨਵਰਡ ਇਨਵੈਸਟਮੈਂਟ ਨੇ ਉਹ ਕਹਿੰਦੇ ਇਕੱਲੀ ਕੈਪੀਟਲ ਇਨਫਲੋ ਨੂੰ ਨਹੀਂ ਵਧਾਇਆ, ਨਾਲ ਹੀ ਇਹਨੇ ਆਪਾਂ ਨੂੰ ਕਿਹਨੂੰ ਵਧਾਇਆ ਵਾ, ਜਿਹੜੀ ਨਵੀਂ ਐਡਵਾਂਸ ਟੈਕਨੋਲੋਜੀ ਆਈ ਹੈ, ਮੈਨੇਜਮੈਂਟ ਟੈਕਨੀਕਸ, ਨੌਲੇਜ, ਇਹ ਵੀ ਸਾਰੀ ਆਪਣੀ ਐਡਵਾਂਸ ਦੇ ਵਿੱਚ ਜ਼ਿਆਦਾ ਇੰਪਰੂਵਮੈਂਟ ਹੋਈ ਹੈ। ਫਿਰ ਆਪਣੇ ਕੋਲ ਕੀ ਸੀ, ਈਜ਼ੀ ਅਸੈਸ ਟੂ ਫੋਰਨ ਟੈਕਨੋਲੋਜੀ। ਫੋਰਨ ਟੈਕਨੋਲੋਜੀ ਜਿਹੜੀ ਸੀਗੀ ਉਹ ਵੀ ਆਪਾਂ ਨੂੰ ਈਜ਼ੀਲੀ ਪਤਾ ਲੱਗਣ ਲੱਗ ਗਈ। ਲਿਬਰਾਈਜੇਸ਼ਨ ਉਹ ਕਹਿੰਦੇ ਜਿਵੇਂ ਇਨੇਬਲ ਹੋਇਆ ਅਤੇ ਆਪਣੀ ਇੰਪੋਰਟ ਲੇਟੈਸਟ ਐਂਡ ਐਡਵਾਂਸ ਟੂਲ ਮਸ਼ੀਨਰੀ ਰਿਕੁਆਇਰਡ ਟੂ ਮੈਨੂਫੈਕਚਰ ਗੁਡਸ ਇਨ। ਠੀਕ ਹੈ, ਤਾਂ ਇੰਡੀਆ ਦੇ ਵਿੱਚ ਉਹ ਕਹਿੰਦੇ ਆ ਗਿਆ, ਫਿਰ ਜਿਹਦੇ ਨਾਲ ਆਪਣੇ ਪਰਸਨ ਸੀਗੇ ਮੈਨੇਜਰ, ਇੰਪਲੋਇਜ਼, ਤਾਂ ਉਹ ਵੀ ਅਬਰੋਡ ਜਾ ਸਕਦੇ ਸੀਗੇ ਬਿਨਾਂ ਕਿਸੇ ਰਿਸਟ੍ਰਿਕਸ਼ਨਸ ਤੋਂ, ਅਗਰ ਉਹਨਾਂ ਨੇ ਟ੍ਰੇਨਿੰਗ ਵਗੈਰਾ ਲੈਣੀ ਹੁੰਦੀ ਸੀ। ਇਹਦੇ ਨਾਲ ਆਪਣੀ ਜਿਹੜੀ ਇੰਡੀਅਨਸ ਨੂੰ ਕਾਫੀ ਜ਼ਿਆਦਾ ਬੈਨੀਫਿਟ ਹੋਇਆ, ਇਸੇ ਕਰਕੇ ਕਹਿ ਸਕਦੇ ਹਾਂ ਈਜ਼ੀ ਅਸੈਸ ਟੂ ਫੋਰਨ ਟੈਕਨੋਲੋਜੀ। ਫਿਰ ਆਪਣੇ ਕੋਲ ਕੀ ਹੈ, ਇਨਕਰੀਜ਼ ਇਨ ਇੰਡਸਟਰੀਅਲ ਪ੍ਰੋਡਕਸ਼ਨ। ਇੰਡਸਟਰੀਜ਼ ਦੀ ਜਿਹੜੀ ਪ੍ਰੋਡਕਸ਼ਨ ਸੀ ਉਹ ਵੀ ਵਧੀਆ ਹੋਣ ਲੱਗ ਗਈ, ਜਿਵੇਂ ਹੁਣ ਆਪਣੀ ਕਾਫੀ ਜ਼ਿਆਦਾ ਵੱਧ ਰਹੀ ਹੈ। ਠੀਕ ਹੈ, ਉਹ ਵੀ ਕਿਹਦੇ ਕਰਕੇ, ਕਿਉਂਕਿ ਆਪਾਂ ਨੂੰ ਲਾਇਸੈਂਸ ਫ੍ਰੀ ਕਰਤਾ। ਫਿਰ ਇਕੋਨਮੀਜ਼ ਆਫ ਸਕੇਲ। ਇਕੋਨਮੀਜ਼ ਆਫ ਸਕੇਲ ਮਤਲਬ ਆਪਣੇ ਕੋਲ ਜਿਹੜੀ ਕਾਫੀ ਫਾਰਮ ਦੇ ਵਿੱਚ ਸੇਵਿੰਗਸ ਵਗੈਰਾ ਹੋਣ ਲੱਗ ਗਈ, ਕਿਉਂਕਿ ਇੱਥੇ ਪਹਿਲਾਂ ਆਪਾਂ ਨੂੰ ਟੈਕਸ ਵਗੈਰਾ ਪੇ ਕਰਨੇ ਪੈਂਦੇ ਸੀ, ਹੁਣ ਟੈਕਸ ਵਗੈਰਾ ਆਪਣੇ ਘੱਟ ਗਏ, ਜਿਹਦੇ ਕਰਕੇ ਕੀ ਹੋਇਆ, ਦਿਸ ਇਜ਼ ਇਨਕਰੀਜ਼ ਐਫੀਸ਼ੀਐਂਸੀ ਆਫ ਦਾ ਆਰਗੇਨਾਈਜੇਸ਼ਨ ਐਂਡ ਰਿਡਿਊਸਿੰਗ ਕੋਸਟ ਬਾਏ ਬਰਿੰਗਿੰਗ ਇਨ ਦਾ ਬੈਨੀਫਿਟ ਆਫ ਇਕੋਨਮੀਜ਼ ਆਫ ਸਕੇਲ। ਜਿਹਦੇ ਨਾਲ ਆਪਾਂ ਨੂੰ ਕਹਿੰਦੇ ਆਹ ਸਾਰੀਆਂ ਚੀਜ਼ਾਂ ਰਿਡਿਊਜ਼ ਆਪਾਂ ਨੂੰ ਹੋ ਕੇ ਕਾਫੀ ਜ਼ਿਆਦਾ ਅਮਾਊਂਟ ਦੇ ਵਿੱਚ ਆਪਣੀ ਜਿਹੜੀ ਪਰ ਯੂਨਿਟ ਵੈਲਿਊ ਸੀ ਉਹ ਵੀ ਰਿਡਿਊਜ਼ ਹੋਣ ਲੱਗ ਗਈ। ਜਦੋਂ ਉਹ ਰਿਡਿਊਜ਼ ਹੋ ਗਈ, ਆਪਣੀ ਜਿਹੜੀ ਸੇਵਿੰਗ ਸੀਗੀ ਉਹਦੇ ਵਿੱਚ ਵੀ ਆਪਣਾ ਕਾਫੀ ਜ਼ਿਆਦਾ ਬੱਚਤ ਹੋਣ ਲੱਗ ਗਈ। ਫਿਰ ਆਪਣੇ ਕੋਲ ਕੀ ਸੀਗੀ, ਕੰਪੈਰੇਟਿਵ ਐਡਵਾਂਟੇਜ। ਕੰਪੈਰੇਟਿਵ ਮੀਨਸ ਅਗਰ ਆਪਾਂ ਕੰਪੇਅਰ ਕਰਦੇ ਹਾਂ ਉਹਦੇ ਅਕੋਰਡਿੰਗ ਆਪਾਂ ਨੂੰ ਕਾਫੀ ਜ਼ਿਆਦਾ ਈਜ਼ੀ ਹੋ ਗਿਆ। ਹੁਣ ਲਿਬਰਾਈਜੇਸ਼ਨ ਨੇ ਆਪਾਂ ਨੂੰ ਕੀ ਕਰਤਾ, ਲੋ ਕੰਟਰੀ ਟੂ ਸਪੈਸ਼ਲਾਈਜ਼ ਇਨ ਪ੍ਰੋਡਿਊਸਿੰਗ ਦੀ ਗੁਡਸ ਐਂਡ ਸਰਵਿਸਿਜ਼ ਵੇਅਰ ਦੇ ਕੰਪੈਰੇਟਿਵ ਐਡਵਾਂਟੇਜ ਮੀਨਸ ਪ੍ਰੋਡਿਊਸ ਐਟ ਲੋਐਸਟ ਐਪਰਚੁਨਿਟੀ ਕਾਸਟ, ਜਿਹਦੇ ਨਾਲ ਉਹ ਕੀ ਸੀਗਾ, ਇਕਨੋਮਿਕ ਵੈਲਫੇਅਰ ਉਹਨਾਂ ਨੂੰ ਵਧੀਆ ਹੋ ਸਕਦਾ ਸੀ। ਫਿਰ ਪ੍ਰਾਈਸਿਸ ਵੀ ਘੱਟ ਗਏ। ਦਾ ਰਿਮੂਵਲ ਆਫ ਟੈਰਿਫ ਬੈਰੀਅਰ। ਟੈਰਿਫ ਬੈਰੀਅਰ ਮੀਨਸ ਟੈਕਸ ਰਿਡਿਊਜ਼ ਹੋ ਗਏ। ਟੈਕਸ ਰਿਡਿਊਜ਼ ਹੋਣ ਕਰਕੇ ਆਪਣੀ ਜਿਹੜੀ ਕਸਟਮ ਡਿਊਟੀ ਔਨ ਇੰਪੋਰਟਸ ਪ੍ਰੋਡਕਟ, ਉਹ ਵੀ ਸਾਰੀ ਆਪਣੀਆਂ ਚੀਜ਼ਾਂ ਘਟਣ ਲੱਗ ਗਈਆਂ। ਜਿਵੇਂ ਉਹ ਘਟੇ, ਆਪਣੀ ਪ੍ਰੋਡਕਟ ਦੀ ਜਿਹੜੀ ਵੈਲਿਊ ਸੀਗੀ ਉਹ ਵੀ ਘੱਟ ਗਈ, ਜਿਹਦੇ ਨਾਲ ਕਸਟਮਰਸ ਨੂੰ ਈਜ਼ੀ ਹੋ ਗਿਆ। ਠੀਕ ਹੈ, ਫਿਰ ਆਪਣੇ ਕੋਲ ਕੀ ਹੈ, ਇਨਕਰੀਜ਼ ਇਨ ਐਕਸਪੋਰਟ। ਐਕਸਪੋਰਟ ਵੀ ਆਪਣੇ ਇਸੇ ਤਰੀਕੇ ਨਾਲ ਹੀ ਉਹ ਕਹਿੰਦੇ ਇਨਕਰੀਜ਼ ਹੋ ਗਏ, ਕਿਉਂਕਿ ਆਪਣੇ ਕੋਲ ਕੀ ਆਪਾਂ ਯੂਜ਼ ਕਰਦੇ ਪਏ ਲਿਬਰਾਈਜੇਸ਼ਨ ਆਉਣ ਨਾਲ ਲੇਟੈਸਟ ਮਸ਼ੀਨ ਟੈਕਨੋਲੋਜੀ, ਜਿਹਦੇ ਨਾਲ ਕਹਿੰਦੇ ਰੀਸੈਂਟ ਆਪਣੇ ਹੁਣ ਇੰਡੀਆ ਦੇ ਵਿੱਚ ਹੀ ਆਪਣੀ ਜਿਹੜੀ ਐਕਸਪੋਰਟ ਆ ਉਹ ਕਾਫੀ ਜ਼ਿਆਦਾ ਇਨਕਰੀਜ਼ ਹੋ ਗਈ, ਅਤੇ ਜਿਹਨੂੰ ਆਪਾਂ ਕਿਹਦੇ ਨਾਮ ਨਾਲ ਜਾਣਨ ਲੱਗ ਗਏ, ਹੱਬ ਫੋਰ ਦਾ ਵਰਲਡ, ਮੈਨੂਫੈਕਚਰਿੰਗ ਹੱਬ ਫੋਰ ਦਾ ਵਰਲਡ। ਫਿਰ ਨੈਕਸਟ ਆਪਣੇ ਕੋਲ ਕੀ ਹੈ, ਇਨਕਰੀਜ਼ ਇਨ ਫੋਰਨ ਐਕਸਚੇਂਜ ਰਿਜ਼ਰਵ।
ਫੋਰਨ ਐਕਸਚੇਂਜ ਰਿਜ਼ਰਵ ਵੀ ਆਪਾਂ ਕਾफ़ी ज़्यादा ਇਨਕਰੀਜ਼ ਕਰਤੇ। ਫੋਰਨ ਡਾਇਰੈਕਟ ਇਨਵੈਸਟਮੈਂਟ ਕਰ ਸਕਦੇ ਸੀਗੇ ਵਿਦਾਊਟ ਐਨੀ ਪਰਮਿਸ਼ਨ। ਠੀਕ ਹੈ, ਗਰੋਥ ਵੀ ਆਪਣੀ ਕਾफ़ੀ ਵਧੀਆ ਹੋ ਗਈ ਅਤੇ ਪੋਵਰਟੀ ਆਪਣੀ ਕੀ ਹੋ ਗਈ, ਰਿਡਿਊਸ, ਮਤਲਬ ਗਰੀਬੀ ਆਪਣੀ ਕਾफ़ੀ ਜ਼ਿਆਦਾ ਘਟਣ ਲੱਗ ਗਈ। ਹੁਣ ਉਹ ਕਹਿੰਦੇ ਜਿਵੇਂ ਜਿਵੇਂ ਡਿਊ ਟੂ ਰਾਈਜ਼ ਇਨ ਐਕਸਪੋਰਟ ਵਧਣ ਲੱਗ ਗਈ, ਇੰਡਸਟਰੀਲਾਈਜੇਸ਼ਨ ਆਪਣਾ ਵਧਣ ਲੱਗ ਗਿਆ। ਇੰਡਸਟਰੀਲਾਈਜੇਸ਼ਨ ਵਧਣ ਨਾਲ ਆਪਣੀ ਜਿਹੜੀ ਇਕੋਨਮੀ ਦੀ ਗਰੋਥ ਸੀ, GDP ਹੁੰਦੀ ਹੈ ਗ੍ਰੋਸ ਡੋਮੈਸਟਿਕ ਪ੍ਰੋਡਕਟ, ਉਹ ਵੀ ਕੀ ਹੋ ਗਈ, ਇਨਕਰੀਜ਼, ਤੇ ਪਾਵਰਟੀ ਕੀ ਹੋ ਗਈ, ਖਤਮ। ਫਿਰ ਕਰਪਸ਼ਨਸ ਵੀ ਆਪਣੇ ਕੀ ਹੋ ਗਏ, ਘਟਨੇ ਸਟਾਰਟ ਹੋ ਗਏ, ਕਿਉਂਕਿ ਪਰਸਨਸ ਆਪਣਾ ਈਜ਼ੀਲੀ ਬਿਜ਼ਨਸ ਸਟਾਰਟ ਕਰ ਸਕਦੇ ਸੀਗੇ। ਹੁਣ ਕੋਈ ਵੀ ਗਲਤ ਕੰਮਾਂ ਦੇ ਵਿੱਚ ਨਹੀਂ ਜਾਊਗਾ। ਉਸ ਤੋਂ ਬਾਅਦ ਆਪਣੇ ਕੋਲੇ ਕੀ ਹੈ, ਡਿਸਐਡਵਾਂਟੇਜ ਆਫ ਲਿਬਰਾਈਜੇਸ਼ਨ। ਫਸਟ ਆਪਣੇ ਕੋਲੇ ਕੀ, ਇਨਕਰੀਜ਼ ਇਨ ਅਨਇੰਪਲੋਇਮੈਂਟ। ਹੁਣ ਅਨਇੰਪਲੋਇਮੈਂਟ ਉਹ ਕਹਿੰਦੇ, ਪਹਿਲਾਂ ਆਪਾਂ ਕੋਈ ਵੀ ਪੁਆਇੰਟਸ ਪੜ੍ਹਦੇ ਹਾਂ ਉਹਨਾਂ ਦੇ ਪੋਜ਼ੀਟਿਵ ਪੁਆਇੰਟਸ ਵੀ ਹੁੰਦੇ ਆ, ਨੈਗੇਟਿਵ ਵੀ। ਲਿਬਰਾਈਜੇਸ਼ਨ ਆਪਾਂ ਨੂੰ ਫੈਸਿਲਿਟੀਜ਼ ਤਾਂ ਬਹੁਤ ਸਾਰੀਆਂ ਮਿਲੀਆਂ। ਠੀਕ ਹੈ, ਲਾਇਸੈਂਸ ਫ੍ਰੀ ਕਰਤਾ ਸੀਗਾ, ਬਸ 6 ਇੰਡਸਟਰੀਜ਼ ਨੂੰ ਛੱਡ ਕੇ ਟੈਰਿਫ ਟੈਕਸ ਵਗੈਰਾ ਪੋਲਿਸੀਜ਼ ਰਿਡਿਊਸ ਕਰਤੀਆਂ ਸੀ ਇੰਪੋਰਟ ਐਕਸਪੋਰਟ 'ਤੇ। ਹੁਣ ਆਪਣੀ ਕੀ ਹੈ, ਮੇਨ ਪ੍ਰੋਬਲਮਸ ਕੀ ਆਉਂਦੀਆਂ। ਫਸਟ ਕੀ ਉਹ ਕਹਿੰਦੇ, ਅਨਇੰਪਲੋਇਮੈਂਟ ਬਹੁਤ ਜ਼ਿਆਦਾ ਇਨਕਰੀਜ਼ ਹੁੰਦਾ। ਅਨਇੰਪਲੋਇਮੈਂਟ ਕੀ ਹੈ, ਹੁਣ ਬੇਰੁਜ਼ਗਾਰੀ ਕਿਵੇਂ ਵੱਧਦੀ ਹੈ, ਨਵੀਆਂ ਤੋਂ ਨਵੀਆਂ ਲੇਟੈਸਟ ਐਡਵਾਂਸ ਟੈਕਨੋਲੋਜੀ ਆਉਣ ਦੇ ਨਾਲ, ਮਸ਼ੀਨਸ ਵਗੈਰਾ ਆਉਣ ਦੇ ਨਾਲ ਕਹਿੰਦੇ ਕੀ ਹੈ, ਦਿਸ ਹੈਜ਼ ਰਿਡਿਊਸ ਦਾ ਮੈਨ ਪਾਵਰ ਰਿਕੁਆਇਰਮੈਂਟ। ਫਿਰ ਹੁਣ ਜਦੋਂ ਮਸ਼ੀਨਸ ਵੀ ਆ ਗਈਆਂ, ਮੈਨ ਪਾਵਰ ਰਿਕੁਆਇਰਮੈਂਟ ਤਾਂ ਘੱਟ ਗਈ। ਪਹਿਲਾਂ ਕਿੱਥੇ ਆਪਾਂ ਮੰਨ ਲਓ 50% ਆਪਣੇ ਕੰਮ ਕਰਦੇ ਸੀ, ਹੁਣ ਮਸ਼ੀਨਸ ਜਿੰਨੀਆਂ ਜ਼ਿਆਦਾ ਆ ਗਈਆਂ, ਆਪਾਂ ਨੂੰ ਪਰਸਨ ਦੀ ਲੋੜ ਹੀ ਨਹੀਂ ਪੈਂਦੀ ਪਏਗੀ, ਘੱਟ ਪਰਸਨ ਦੀ ਲੋੜ ਪੈਂਦੀ ਆ। ਹੁਣ 50 ਦੀ ਲੋੜ ਨਹੀਂ ਪਊਗੀ, ਹੋ ਸਕਦਾ ਆਪਾਂ ਨੂੰ 10 ਪਰਸਨ ਦੀ ਲੋੜ ਪਵੇ। ਤਾਂ ਉਹ ਕਹਿੰਦੇ ਇਸੇ ਕਰਕੇ ਜਿਵੇਂ ਮੈਨ ਪਾਵਰ ਆਪਣੇ ਕੋਲੇ ਘਟਣ ਲੱਗ ਗਈ, ਉਹਦੇ ਨਾਲ ਆਪਣੇ ਕੋਲੇ ਕੀ ਹੋ ਗਈ, ਅਨਇੰਪਲੋਇਮੈਂਟ ਜ਼ਿਆਦਾ ਵਧਣ ਲੱਗ ਗਈ। ਠੀਕ ਹੈ, ਉਹਦੇ ਵਿੱਚ ਦੱਸ ਦੇਣਾ ਕਿ ਅਨਇੰਪਲੋਇਮੈਂਟ ਵਧਣ ਨਾਲ ਵੀ ਆਪਾਂ ਨੂੰ ਕਾफ़ੀ ਜ਼ਿਆਦਾ ਪ੍ਰੋਬਲਮ ਹੋਣ ਲੱਗ ਗਈ। ਫਿਰ ਆਪਣੇ ਕੋਲੇ ਕੀ ਹੈ, ਇਨਵਾਇਰਮੈਂਟਲ ਕੋਸਟ। ਇਨਵਾਇਰਮੈਂਟਲ ਕੋਸਟ ਉਹ ਕਹਿੰਦੇ ਜਿਵੇਂ ਜਿਵੇਂ ਹੁਣ ਡੀ ਲਾਇਸੈਂਸਿੰਗ ਕਰਤਾ ਸੀ, ਵੀ ਆਪਣਾ ਲਾਇਸੈਂਸ ਖ਼ਤਮ ਕਰਤਾ ਸੀਗਾ, ਉਹਦੇ ਕਰਕੇ ਕੀ ਸੀਗਾ, ਜਿਹੜੀ ਆਪਣੇ ਕੋਲੇ ਗਵਰਨਮੈਂਟ ਕੰਟਰੋਲ ਔਨ ਬਿਜ਼ਨਸ ਅੰਡਰ ਲਿਬਰਾਈਜੇਸ਼ਨ ਹੈਡ ਟੂ ਗ੍ਰੇਟ ਐਕਸਪਲੋਇਟੇਸ਼ਨ ਆਫ ਦਾ ਇਨਵਾਇਰਮੈਂਟਲ ਰਿਸੋਰਸ। ਐਕਸਪਲੋਇਟੇਸ਼ਨ ਹੁੰਦਾ ਵਾ ਮਤਲਬ ਉਹਨਾਂ ਨਾਲ ਗਲਤ ਵਿਵਹਾਰ ਕਰਨਾ। ਠੀਕ ਹੈ, ਐਕਸਪਲੋਇਟ ਕਰ ਦੇਣਾ, ਖਰਾਬ ਕਰ ਦੇਣਾ ਇਨਵਾਇਰਮੈਂਟਲ। ਕਿਹੜੀ ਆਪਾਂ ਇਨਵਾਇਰਮੈਂਟਲ ਖਰਾਬ ਕਰਦੇ ਪਏ ਸੀ, ਗ੍ਰੇਟਰ ਪ੍ਰੋਡਕਸ਼ਨ ਆਫ ਰॉ ਮਟੀਰੀਅਲ, ਟ੍ਰੇਡਿੰਗ ਟੌਕਸੀਜ਼ ਵੇਸਟ ਟੂ ਕੰਟਰੀ ਵਿਦਇਨ ਲੀਨੀਅੰਟ ਇਨਵਾਇਰਮੈਂਟਲ ਲਾਜ਼। ਉਹ ਕਹਿੰਦੇ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਦੋਂ ਆਪਣੇ ਕੋਲੇ ਗਰੀਨਰੀ ਏਰੀਆ ਹੀ ਘੱਟ ਗਿਆ, ਤਾਂ ਉਹ ਸਾਰੀਆਂ ਚੀਜ਼ਾਂ ਜਦੋਂ ਘਟਣ ਨਾਲ ਆਪਣੇ ਜਿਹੜੇ ਸਾਰੀਆਂ ਚੀਜ਼ਾਂ ਖਤਮ ਹੋਣ ਲੱਗ ਗਈਆਂ, ਤਾਂ ਉਹਨੂੰ ਕੀ ਬੋਲ ਦਾਂਗੇ, ਇਨਵਾਇਰਮੈਂਟਲ ਕੋਸਟ। ਨੈਕਸਟ ਆਪਣੇ ਕੋਲੇ ਕੀ ਹੈ, ਲਾਸ ਟੂ ਡੋਮੈਸਟਿਕ ਕੋਸਟ ਜਾਂ ਯੂਨਿਟ। ਜਿਵੇਂ ਉਹ ਕਹਿੰਦੇ ਐਜ਼ ਅ ਰਿਜ਼ਲਟ ਆਫ ਰਿਡਕਸ਼ਨ ਇਨ ਇੰਪੋਰਟ ਟੈਰਿਫ, ਆਪਣੀ ਇੰਪੋਰਟ ਟੈਰਿਫ ਘਟਣੀ ਸਟਾਰਟ ਹੋ ਗਈ। ਦ ਇੰਪੋਰਟ ਆਫ ਚੀਪਰ ਰॉ ਮਟੀਰੀਅਲ ਐਂਡ ਫਿਨਿਸ਼ ਗੁੱਡਸ ਹੈਜ਼ ਵਿਟਨੈਸਡ ਐਟ ਦਾ ਸਟੀਪ ਇਨਕਰੀਜ਼। ਉਹ ਕਹਿੰਦੇ ਆਪਣੇ ਕੋਲ ਜਿਵੇਂ ਹੁਣ ਇੰਪੋਰਟ ਪੋਲਿਸੀ ਘਟਣੀ ਸ਼ੁਰੂ ਹੋ ਗਈ ਅਤੇ ਟੈਕਸ ਘਟਣ ਲੱਗ ਗਏ, ਤਾਂ ਉਹ ਚੀਜ਼ ਆਪਾਂ ਨੂੰ ਸਸਤੀ ਪੈਣ ਲੱਗ ਗਈ, ਜਿਹਦੇ ਕਰਕੇ ਜਿਹੜੀ ਆਪਣੀ ਵਿਦਇਨ ਕੰਟਰੀ ਚੀਜ਼ ਪ੍ਰੋਡਿਊਸ ਹੁੰਦੀ ਪਈ ਸੀ, ਉਹ ਕੀ ਹੋ ਗਈ, ਖਤਮ ਹੋ ਗਈ। ਜਾਂ ਇਹਨੂੰ ਤੁਸੀਂ ਡੋਮੈਸਟਿਕ ਨੂੰ ਤੁਸੀਂ ਹੋਰ ਕੀ ਬੋਲ ਸਕਦੇ ਹੋ, ਹੈਂਡੀਕ੍ਰਾਫਟ, ਕਿ ਜਿਹੜੀਆਂ ਚੀਜ਼ਾਂ ਆਪਾਂ ਹੱਥ ਨਾਲ ਬਣਾਉਂਦੇ ਹੋ ਸਾਰੀਆਂ ਕੀ ਹੋਣ ਲੱਗ ਗਈਆਂ, ਆਪਣੀਆਂ ਖਤਮ ਹੋਣ ਲੱਗ ਗਈਆਂ, ਕਿਉਂਕਿ ਬਾਹਰੋਂ ਹੀ ਆਪਣੀਆਂ ਚੀਜ਼ਾਂ ਸਸਤੀਆਂ ਪੈਣ ਲੱਗ ਗਈਆਂ, ਉਹ ਵੀ ਮਸ਼ੀਨਾਂ ਨਾਲ। ਫਿਰ ਇਨਕਰੀਜ਼ ਇਨ ਰੀਜਨਲ ਇੰਬੈਲੈਂਸ, ਜਿਹੜਾ ਰੀਜਨਲ ਇੰਬੈਲੈਂਸ ਸੀਗਾ ਮਤਲਬ ਏਰੀਆ ਦੇ ਅਕੋਰਡਿੰਗ ਸੀਗਾ, ਉਹ ਵੀ ਆਪਣਾ ਕਾफ़ੀ ਜ਼ਿਆਦਾ ਵਧਣ ਲੱਗ ਗਿਆ। ਉਹ ਕਹਿੰਦੇ ਬੈਲੈਂਸ ਹੁੰਦਾ ਇਕੁਅਲ, ਇੰਬੈਲੈਂਸ ਮਤਲਬ ਇਕੁਅਲ ਨਹੀਂ ਗਾ। ਹੁਣ ਪ੍ਰਾਈਵੇਟ ਆਰਗੇਨਾਈਜੇਸ਼ਨ ਤਾਂ ਆਪਣੇ ਇੰਡਸਟਰੀਅਲ ਸੈਟਅਪ ਹੋ ਰਹੀਆਂ ਵਾ, ਠੀਕ ਹੈ, ਉਹ ਵੀ ਉਹਨਾਂ ਨੂੰ ਵਧੀਆ ਇਨਫਰਾਸਟਰਕਚਰ ਹੈ, ਜਿੱਥੇ ਵਾਟਰ ਫੈਸਿਲਿਟੀ ਹੈ, ਇਰੀਗੇਸ਼ਨ ਫੈਸਿਲਿਟੀ ਹੈ, ਸਾਰੀ ਫੈਸਿਲਿਟੀ ਹੈ। ਜਿੱਥੇ ਅੰਡਰ ਡਿਵੈਲਪਡ ਹੈ, ਉੱਥੇ ਉਹਨਾਂ ਨੂੰ ਕਹਿੰਦੇ ਕਾफ़ੀ ਸਾਰੀ ਪ੍ਰੋਬਲਮਸ ਫੇਸ ਕਰਨੀ ਪੈ ਰਹੀ ਹੈ। ਫਿਰ ਇਨਕਰੀਜ਼ ਦ ਡਿਪੈਂਡੈਂਸੀ, ਤਾਂ ਐਜ਼ ਅ ਬਿਜ਼ਨਸ ਡਿਪੈਂਡ ਔਨ ਇੰਪੋਰਟ ਟੈਕਨੋਲੋਜੀ। ਕਾਹਦੇ ਉੱਪਰ ਡਿਪੈਂਡ ਹੈ, ਇੰਪੋਰਟ ਮਸ਼ੀਨਰੀ ਐਂਡ ਰॉ ਮਟੀਰੀਅਲ। ਇਫ ਬ੍ਰੇਕਡਾਊਨ ਹੈਪਨ ਔਰ ਦੇਅਰ ਇਜ਼ ਸਮ disruption in supply of raw material in case it can cause loss to industry or business। ਫਿਰ ਆਪਣੀ ਬਿਜ਼ਨਸ ਅਤੇ ਇੰਡਸਟਰੀਜ਼ ਨੂੰ ਵੀ ਕਾफ़ੀ ਸਾਰਾ ਪ੍ਰੋਬਲਮ ਹੋ ਸਕਦਾ। ਕਾਹਦੇ ਕਰਕੇ, ਉਹ ਕਹਿੰਦੇ ਜਿਵੇਂ ਜਿਵੇਂ ਹੁਣ ਆਪਾਂ ਬਾਹਰ ਵਾਲੀਆਂ ਚੀਜ਼ਾਂ 'ਤੇ ਜ਼ਿਆਦਾ ਡਿਪੈਂਡ ਹੋਣ ਲੱਗ ਗਏ, ਠੀਕ ਆ, ਤਾਂ ਆਪਣੀ ਜਿਹੜੀ ਇਹ ਕੌਨਸਟੈਂਟ ਨਹੀਂ ਗਈ, ਫਿਰ ਉਵੇਂ ਆਪਣੇ ਕੋਲ ਜਿਹੜਾ ਰॉ ਮਟੀਰੀਅਲ ਹੈ, ਜਦੋਂ ਕਿਸੇ ਆਪਾਂ ਰॉ ਮਟੀਰੀਅਲ ਹੀ ਨਹੀਂ ਆਪਣੇ ਕੋਲ ਆਉਂਦਾ, ਤਾਂ ਉਸ ਚੀਜ਼ ਨੂੰ ਆਪਾਂ ਨੂੰ ਬੰਦ ਕਰਨਾ ਪੈ ਸਕਦਾ। ਫਿਰ ਆਪਣੇ ਕੋਲ ਕੀ ਆ, ਅਨਬੈਲੈਂਸ ਇਕੋਨਮੀ। ਅਨਬੈਲੈਂਸ ਔਰ ਰੀਜਨਲ ਇੰਬੈਲੈਂਸ ਆਲਮੋਸਟ ਸੇਮ ਹੈ, ਕਿ ਅਨਬੈਲੈਂਸਡ ਆਪਣੇ ਕੋਲ ਇਕੁਅਲ ਨਹੀਂ ਗਾ। ਇਫ ਐਨੀ ਫਲਕਚੁਏਸ਼ਨ ਹੈਪਨ ਇਨ ਫੋਰਨ ਇਕੋਨਮੀ ਇਟ ਆਲਸੋ ਕਾਜ਼ ਫਲਕਚੁਏਸ਼ਨ ਇਨ ਆਵਰ ਇਕੋਨਮੀ, ਤਾਂ ਆਪਣੀ ਆਵਰ ਇਕੋਨਮੀ ਦੇ ਵਿੱਚ ਵੀ ਅਪਸ ਐਂਡ ਡਾਊਨ ਆਉਂਦੇ ਆ। ਫਿਰ ਬਹੁਤ ਸਾਰਾ ਨੁਕਸਾਨ ਹੁੰਦਾ ਮਾਈਕਰੋ ਸਮੋਲ ਐਂਡ ਮੀਡੀਅਮ ਐਂਟਰਪ੍ਰਾਈਜ਼ ਐਂਡ ਮਤਲਬ ਆਰਗੇਨਾਈਜੇਸ਼ਨ। ਹੁਣ ਦੋ ਤਰ੍ਹਾਂ ਦੇ ਮੈਥਡ ਉਹ ਕਹਿੰਦੇ ਇੰਡਸਟਰੀਜ਼ ਕਿਹੜੀਆਂ ਜਦੋਂ ਤੋਂ ਲਿਬਰਾਈਜੇਸ਼ਨ ਹੋਇਆ, ਕਿਹੜਾ ਮੈਥਡ ਅਡੋਪਟ ਕਰਨ ਲੱਗ ਗਈ, ਕੈਪੀਟਲ। ਦੋ ਤਰ੍ਹਾਂ ਦੇ ਇੰਟੈਂਸਿਵ ਮੈਥਡ ਹੁੰਦੇ ਆ, ਯਾਦ ਰੱਖਿਓ, ਇੱਕ ਤਾਂ ਲੇਬਰ, ਸੈਕਿੰਡ ਵਨ ਕੈਪੀਟਲ।
ਹੁਣ ਜੋ ਲੇਬਰ ਇੰਟੈਂਸਿਵ ਹੁੰਦਾ ਵਾ ਉਹ ਹੁੰਦਾ ਆਪਾਂ ਹੱਥ ਨਾਲ ਕੰਮ ਕਰਦੇ ਹਾਂ। ਕੈਪੀਟਲ ਆਪਣੇ ਕੋਲ ਹੁੰਦਾ ਵਾ ਜੋ ਆਪਾਂ ਮਸ਼ੀਨਸ ਦੇ ਥਰੂ ਕੰਮ ਕਰਦੇ ਹਾਂ ਉਹਨਾਂ ਨੂੰ ਬੋਲ ਦਿੰਦੇ ਹਾਂ। ਤਾਂ ਹੁਣ ਉਹ ਕਹਿੰਦੇ ਮਸ਼ੀਨਸ ਦੁਆਰਾ ਕੰਮ ਕਰਨ ਲੱਗ ਗਏ ਜਿਹਦੇ ਕਰਕੇ ਕੋਸਟਲੀ ਹੋਣ ਲੱਗ ਗਿਆ, ਠੀਕ ਹੈ। ਮਸ਼ੀਨਸ ਵਗੈਰਾ ਅਤੇ ਜਿਹੜੀਆਂ ਛੋਟੀਆਂ ਇੰਡਸਟਰੀਜ਼ ਹੈ ਮਾਈਕਰੋ ਸਮੋਲ ਅਤੇ ਮੀਡੀਅਮ ਹੈ ਉਹ ਇਹਨਾਂ ਨੂੰ ਅਫੋਰਡ ਨਹੀਂ ਕਰ ਸਕਦੀ ਗੀ। ਇਸੇ ਕਰਕੇ ਲਿਬਰਲਾਈਜੇਸ਼ਨ ਕਿੰਨਾਂ ਲਈ ਹਾਰਮਫੁਲ ਬਣ ਗਿਆ, MSMES। ਅਤੇ ਇਹ ਤੁਹਾਨੂੰ ਸ਼ਾਰਟ ਨੋਟ 'ਚ ਇਹੀ ਵਾਲੀ ਇਕੱਲੀ ਫੁੱਲ ਫੋਰਮ ਪੁੱਛ ਸਕਦੇ ਆ ਜਾਂ ਕੁਐਸਚਨ ਆ ਸਕਦਾ ਵਾ ਕਿ ਮਾਈਕਰੋ ਸਮੋਲ ਮੀਡੀਅਮ ਐਂਟਰਪ੍ਰਾਈਜ਼ਿਸ ਕੀ ਹੁੰਦੇ ਆ। ਫਿਰ ਆਪਣੇ ਕੋਲ ਕੀ ਆ, ਇਮਰਜੈਂਸ ਆਫ ਮੋਨੋਪਲੀ। ਮੋਨੋਪਲੀ ਮੀਨਸ ਇਕੁਅਲ ਬੈਲੈਂਸ ਨਹੀਂ, ਮਤਲਬ ਇੱਕ ਹੀ ਰਾਈਟ। ਮੋਨੋ ਐਂਡ ਪੋਲੀ ਇੱਕ ਹੀ ਕੰਬੀਨੇਸ਼ਨ ਆ, ਕਹਿੰਦੇ ਇੱਕ ਹੀ ਸੈਲਰ ਹੁੰਦਾ ਵਾ, ਤਾਂ ਇੱਕ ਹੀ ਆਪਣੇ ਕੋਲ ਕਿਹਦੇ ਅੰਡਰ ਆ ਗਿਆ। ਹੁਣ ਆ ਤਾਂ ਸਾਰੇ ਫੇਲ ਹੋ ਗਏ, ਤਾਂ ਲਾਰਜ ਕੰਪੀਟੀਸ਼ਨ ਆ ਗਿਆ, ਮਤਲਬ ਲਾਰਜ ਆਰਗੇਨਾਈਜੇਸ਼ਨ ਕੰਪਨੀ ਦੀ ਸਿਰਫ ਇਹਦੇ ਵਿੱਚ ਰਹਿ ਗਈ, ਹੋਰ ਕੁਛ ਨਹੀਂ ਆਉਂਦਾ। ਇਸੇ ਕਰਕੇ ਸਿਰਫ ਕੰਟਰੋਲ ਕਿਹਦੇ ਹੱਥ ਦੇ ਵਿੱਚ ਆ, ਲਾਰਜ ਕੰਪਨੀ। ਫਿਰ ਕਸਟਮਰਸ ਨੂੰ ਵੀ ਬਹੁਤ ਸਾਰਾ ਨੁਕਸਾਨ ਹੋਣ ਲੱਗ ਗਿਆ, ਠੀਕ ਹੈ। ਕਸਟਮਰਸ ਨੂੰ ਕਹਿੰਦੇ ਜਿਹੜੇ ਖਰਚੇ ਵਗੈਰਾ ਹੁੰਦੇ ਸੀਗੇ ਉਹ ਬਹੁਤ ਖਰਚਾ ਵਗੈਰਾ ਲੋਟ ਆਫ ਮਨੀ ਲੱਗਦੀ ਸੀਗੀ, ਤਾਂ ਉਹ ਸਾਰੀਆਂ ਚੀਜ਼ਾਂ ਉਹ ਕਹਿੰਦੇ ਜਿਵੇਂ ਉਹਨਾਂ ਨੇ ਐਡਵਰਟਾਈਜ਼ਮੈਂਟ ਵਗੈਰਾ ਕਰਨੀ ਸੀਗੀ ਤਾਂ ਉਹ ਸਾਰੀਆਂ ਕਸਟਮਰਸ ਨੂੰ ਵੀ ਇਹਨਾਂ ਵਿੱਚ ਬਹੁਤ ਸਾਰਾ ਨੁਕਸਾਨ ਹੋ ਗਿਆ। ਫਿਰ ਇਨਫੈਂਟ ਇੰਡਸਟਰੀ ਆਰਗੂਮੈਂਟ, ਜਿਹਦੇ ਵਿੱਚ ਦੱਸ ਦੇਣਾ ਵਾ ਕਿ ਜਿਵੇਂ ਜਿਵੇਂ ਆਪਣੇ ਕੋਲ ਨਵੇਂ ਇੰਡਸਟਰੀਜ਼ ਆਉਂਦੀਆਂ ਵਾ ਉਹਦੇ ਵਿੱਚ ਵੀ ਆਪਾਂ ਨੂੰ ਕਾਫੀ ਪ੍ਰੋਬਲਮਸ ਆਉਣ ਲੱਗ ਗਈਆਂ, ਠੀਕ ਹੈ। ਅਤੇ ਜਿਹੜੇ ਫਿਰ ਆਪਣੇ ਕੋਲ ਕੀ ਸੀਗਾ, ਉਹ ਕਹਿੰਦੇ ਡੈਮੇਜਿੰਗ ਕਰਨ ਲੱਗ ਗਈ ਡਿਵੈਲਪਿੰਗ ਕੰਟਰੀ ਹੂ ਕੈਨ ਨਾਟ ਕੰਪੀਟ ਅਗੇਂਸਟ ਫ੍ਰੀ ਟ੍ਰੇਡ, ਜਿਹੜੇ ਇਹਨਾਂ ਨੂੰ ਤਾਂ ਨਹੀਂ ਕਰ ਸਕਦੇ ਸੀਗੇ, ਉਹ ਸਾਰੀਆਂ ਆਪਾਂ ਨੂੰ ਮੇਨ ਪ੍ਰੋਬਲਮ ਆਉਣ ਲੱਗ ਗਿਆ। ਅਤੇ ਇਹ ਸੀਗਾ ਆਪਣਾ ਅੱਜ ਲਿਬਰਲਾਈਜੇਸ਼ਨ, ਬਹੁਤ ਇੰਪੋਰਟੈਂਟ ਹੈ, ਠੀਕ ਹੈ। ਅਤੇ ਤੁਸੀਂ ਸਾਰਿਆਂ ਨੇ ਪ੍ਰੋਪਰ ਵੇ ਦੇ ਵਿੱਚ ਕਰਨਾ ਵਾ। ਇਕੱਲਾ ਕੁਐਸਚਨ ਤੁਹਾਨੂੰ ਸੈਪਰੇਟ ਕੁਐਸਚਨ ਵੀ ਪੁੱਛ ਸਕਦੇ ਆ ਕਿ ਲਿਬਰਲਾਈਜੇਸ਼ਨ ਕੀ ਹੈ, ਉਹਦੀ ਐਡਵਾਂਟੇਜ ਐਂਡ ਡਿਸਐਡਵਾਂਟੇਜ ਦੱਸੋ।